ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਜੀ ਮੁਖਤਾਰ ਅੰਸਾਰੀ ਨੂੰ ਯੂਪੀ ਸ਼ਿਫਟ ਕਰਨ ਦੇ ਹੁਕਮ ਦਿੱਤੇ ਗਏ ਨੇ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਵੱਲੋਂ 2 ਹਫ਼ਤੇ ਦੇ ਵਿੱਚ ਅੰਸਾਰੀ ਨੂੰ ਯੂਪੀ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਹੁਕਮ ਨੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਮੁਖਤਾਰ ਅੰਸਾਰੀ। ਯੂਪੀ ਸਰਕਾਰ ਨੇ ਸ਼ਿਫਟ ਕਰਨ ਦੇ ਲਈ ਅਰਜ਼ੀ ਦਾਖਲ ਸੁਪਰੀਮ ਕੋਰਟ ਕੀਤੀ ਸੀ। ਮੁਖਤਾਰ ਅੰਸਾਰੀ ਦੀ ਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਗਿਆ। ਅੰਸਾਰੀ ਨੇ ਆਪਣੇ ਕੇਸ ਨੂੰ ਦਿੱਲੀ ਸ਼ਿਫਟ ਕਰਨ ਦੀ ਮੰਗ ਕੀਤੀ ਸੀ, ਯਾਨੀ ਕਿ ਮੁਖਤਾਰ ਅੰਸਾਰੀ ਨੂੰ ਹੁਣ ਯੂਪੀ ਦੀ ਜੇਲ੍ਹ ਦੇ ਵਿੱਚ ਸ਼ਿਫਟ ਹੋਣਾ ਹੀ ਹੋਵੇਗਾ। ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਹੁਣ ਹੁਕਮ ਦਿੱਤੇ ਗਏ ਨੇ, ਇਹ ਵੀ ਕਿਹਾ ਗਿਆ ਹੈ ਕਿ 15 ਦਿਨਾਂ ਦੇ ਵਿੱਚ ਯੂਪੀ ਸ਼ਿਫਟ ਕਰ ਦਿੱਤਾ ਜਾਵੇ, ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਤਰਕ ਦਿੱਤੇ ਗਏ ਹੋਣੇ ਨੇ ਉਹ ਤਰਕਾਂ ਦੇ ਉੱਤੇ ਸੁਪਰੀਮ ਕੋਰਟ ਨੇ ਸਹਿਮਤੀ ਨਹੀਂ ਜਤਾਈ। ਰੋਪੜ ਦੀ ਜੇਲ੍ਹ ਦੇ ਵਿੱਚ ਬੰਦ ਹੈ ਮੁਖਤਾਰ ਅੰਸਾਰੀ ਤੇ ਹੁਣ ਉਸ ਨੂੰ ਯੂਪੀ ਸ਼ਿਫਟ ਕਰਨਾ ਹੋਵੇਗਾ। ਯੂਪੀ ਜੇਲ੍ਹ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਸ਼ਿਫਟ ਕੀਤਾ ਜਾਏਗਾ। ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤੇ ਨੇ ਕਿ 2 ਹਫ਼ਤੇ ਦੇ ਅੰਦਰ ਅੰਦਰ ਮੁਖਤਾਰ ਅੰਸਾਰੀ ਨੂੰ ਯੂਪੀ ਸ਼ਿਫਟ ਕੀਤਾ ਜਾਵੇ। ਮੁਖਤਾਰ ਅੰਸਾਰੀ ਨੇ ਇਹ ਵੀ ਮੰਗ ਕੀਤੀ ਸੀ, ਉਸ ਦੇ ਵੱਲੋਂ ਵੀ ਅਰਜ਼ੀ ਲਗਾਈ ਗਈ ਸੀ ਕਿ ਉਸ ਦੇ ਜਿਹੜੇ ਕੇਸਿਸ ਹੈਗੇ ਨੇ ਉਹਨਾਂ ਨੂੰ ਦਿੱਲੀ ਦੀਆਂ ਅਦਾਲਤਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਉਸ ਅਰਜ਼ੀ ਨੂੰ ਵੀ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ। ਤਾਂ ਕੈਪਟਨ ਸਰਕਾਰ ਨੂੰ ਝਟਕੇ ਦੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਹੈ 2 ਹਫ਼ਤੇ ਦੇ ਵਿੱਚ ਅੰਸਾਰੀ ਨੂੰ ਯੂਪੀ ਜੇਲ੍ਹ ਸ਼ਿਫਟ ਕਰਨ ਦੇ ਹੁਕਮ। ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਮੁਖਤਾਰ ਅੰਸਾਰੀ। ਕਈ ਮਾਮਲੇ ਦੇ ਵਿੱਚ ਲੋੜਿੰਦਾ ਇਹ ਪੰਜਾਬ ਦੇ ਵਿੱਚ ਲਿਆਂਦਾ ਗਿਆ, ਉਸ ਨੂੰ ਰੋਪੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੁਖਤਾਰ ਅੰਸਾਰੀ ਕਾਫੀ ਸਮੇਂ ਤੋਂ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ। ਪਰ ਸਵਾਲ ਹੀ ਸੀ ਕਿ ਮੁਖਤਾਰ ਅੰਸਾਰੀ ਨੂੰ ਰੋਕਿਆ ਕਿਉਂ ਜਾ ਰਿਹਾ ਸੀ। ਖੈਰ ਇਹ ਸਭ ਸਿਆਸਤ ਦੇ ਹੁੰਦੇ ਸਿਆਸਤ ਵੀ ਕਿਤੇ ਨਾ ਕਿਤੇ ਹੋਈ, ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਸਨ ਇਸ ਮੁੱਦੇ ਉੱਤੇ। ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਗਾ ਦਿੱਤੀ ਕਿ ਮੁਖਤਾਰ ਅੰਸਾਰੀ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ, ਇਸ ਕਰਕੇ ਉਸ ਨੂੰ ਯੂਪੀ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਉਹ ਨਹੀਂ ਹੋਣ ਦੇ ਰਿਹਾ। ਰੋਪੜ ਜੇਲ੍ਹ ਦੇ ਵਿੱਚ ਹੀ ਬੰਦ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਤਰਕ ਦਿੱਤੇ ਗਏ ਨੇ ਦੋਵੇਂ ਧਿਰਾਂ ਦੇ ਵੱਲੋਂ, ਚਾਹੇ ਪੰਜਾਬ ਦਾ ਜੇਲ੍ਹ ਡਿਪਾਰਟਮੈਂਟ ਹੋਵੇ ਸਰਕਾਰ ਹੋਵੇ ਜਾਂ ਦੂਜੇ ਪਾਸੇ ਯੂਪੀ ਸਰਕਾਰ ਹੋਵੇ, ਦੋਨਾਂ ਦੇ ਵੱਲੋਂ ਆਪਣੇ ਤਰਕ ਦਿੱਤੇ ਗਏ। ਸੁਪਰੀਮ ਕੋਰਟ ਦੇ ਵੱਲੋਂ ਹੁਣ ਫੈਸਲਾ ਸੁਣਾਇਆ ਗਿਆ ਕਿ ਮੁਖਤਾਰ ਅੰਸਾਰੀ ਨੂੰ ਫੌਰੀ ਤੌਰ ਦੇ ਉੱਤੇ ਸ਼ਿਫਟ ਕੀਤਾ ਜਾਵੇ। 15 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਯੂਪੀ ਸ਼ਿਫਟ ਕਰਨਾ ਹੋਵੇਗਾ। ਮੁਖਤਾਰ ਅੰਸਾਰੀ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਮੇਰੇ ਕੇਸਿਸ ਨੇ ਉਹਨਾਂ ਨੂੰ ਇੱਥੇ ਦੀ ਦਿੱਲੀ ਦੀ ਅਦਾਲਤਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਉਸ ਅਰਜ਼ੀ ਨੂੰ ਵੀ ਖਾਰਿਜ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ। रुक करते हैं शंकर आनंद साढ़े सहयोगी इस समय फोन लाइन से साढ़े नाल ने दिल्ली तो। शंकर जानना चाहेंगे क्या कुछ सुप्रीम कोर्ट की तरफ से कहा गया है मुख्तार अंसारी को शिफ्ट करने को लेकर? देखिए इस मामले में सुप्रीम कोर्ट में जब सुनवाई चल रही थी तो यूपी के बाहुबली नेता मुख्तार अंसारी के मुकदमे और उसकी कस्टडी ट्रांसफर करने की याचिका को सुप्रीम कोर्ट ने एक इस मामले पर सुनवाई करते वक्त में इस मामले पर जो पंजाब सरकार की जो दलीलें दी गई थी उससे वो संतुष्ट नहीं हुई और इस मामले में फैसला सुनाते हुए कोर्ट ने कहा कि अंसारी को उत्तर प्रदेश में 2 हफ्ते के अंदर में शिफ्ट कर दिया जाएगा। जिस तरह से इस मामले पर उत्तर प्रदेश की तरफ से लगातार जो एक याचिका यहाँ पर दायर की गई थी उसमें कहा गया था कि अंसारी के खिलाफ उत्तर प्रदेश में कई मामले हैं और उन तमाम मामलों की इन्वेस्टिगेशन उत्तर प्रदेश में चल रही है, लिहाजा इस मामले पर उसे जल्द से जल्द पंजाब से निकाल के और उत्तर प्रदेश में शिफ्ट किया जाए, जिससे कि उन तमाम मामलों पर विस्तार से आगे तफ्तीश की जाए। लेकिन जिस तरह से बाकायदा मुख्तार अंसारी के द्वारा और उनके वकील के द्वारा लगातार इस मामले का विरोध किया जा रहा था और पंजाब में पिछले काफी समय से पंजाब की जेल में उसको रखा गया था, तो इस मामले की गंभीरता को देखते हुए ही मुख्तार अंसारी के मुकदमे और उसकी कस्टडी को ट्रांसफर करने के मामले पर जो याचिका दायर की गई थी, इस मामले पर सुप्रीम कोर्ट ने एक सुप्रीम फैसला सुनाते हुए कहा है कि 2 सप्ताह के अंदर में ही उसे उत्तर प्रदेश में शिफ्ट किया जाए और इस मामले पर जो तमाम जो दस्तावेजी प्रक्रियाएं हैं और तमाम औपचारिकताएं हैं उसको जल्द से जल्द पूरा किया जाए। और इस मामले पर इसके विरोध में पंजाब सरकार के द्वारा भी जो वकील है वो लगातार जो याचिका दलील दे रहे थे उस तमाम दलीलों को सुप्रीम कोर्ट के द्वारा खारिज किया गया और जो कोर्ट ने इस मामले पर उसके बाद ही अपना फैसला सुनाया है। और इस मामले पर विशेष कोर्ट ये तय करेगी कि अंसारी को इलाहाबाद या बांदा किस जेल में शिफ्ट किया जाएगा, इसके बारे में बाकायदा कोर्ट जो है बाद में इस मामले पर निर्णय लिया जाएगा और उसके बाद
इस मामले पर सुनवाई होगी। तो एक तरह से कहा जा सकता है कि मुख्तार अंसारी से जुड़ा हुआ जो मसला है, जो पिछले काफी समय से पंजाब में मामला लंबित पड़ा हुआ था, उसके बाद ये मामला सुप्रीम कोर्ट तक पहुंचा और सुप्रीम कोर्ट ने इस मामले पर दोनों पक्ष को काफी देर तक सुना, काफी गंभीरता से सुनने के बाद उसके बाद सुप्रीम कोर्ट के द्वारा ये बड़ा फैसला सुनाया गया है। और अब देखना लाजमी होगा कि 2 सप्ताह के बाद जब मुख्तार अंसारी को उत्तर प्रदेश में शिफ्ट किया जाएगा तो उसके बाद वो कौन सा जेल होगा, इलाहाबाद जेल होगा या बांदा जेल, इसके बारे में निर्णय जो है वो कोर्ट के द्वारा ही निर्णय लिया जाएगा। जी शुक्रिया शंकर, धन्यवाद साना जुड़न दे लई, इस पूरी गलबात दे लई। तां मुख्तार अंसारी नूं लैके ਵੱਡੀ ਖਬਰ, ਮੁਖਤਾਰ ਅੰਸਾਰੀ ਨੂੰ ਸ਼ਿਫਟ ਕਰਨਾ ਹੋਏਗਾ। ਪੰਜਾਬ ਸਰਕਾਰ ਦੇ ਵੱਲੋਂ ਜੋ ਤਰਕ ਦਿੱਤੇ ਗਏ ਨੇ, ਸੁਪਰੀਮ ਕੋਰਟ ਨੇ ਉਸ ਦੇ ਉੱਤੇ ਫੈਸਲਾ ਸੁਣਾ ਦਿੱਤਾ ਹੈ। ਰੋਪੜ ਦੀ ਜੇਲ੍ਹ 'ਚ ਬੰਦ ਹੈ ਮੁਖਤਾਰ ਅੰਸਾਰੀ। ਬਹੁਤ ਸਾਰੇ ਮਾਮਲੇ ਦੇ ਵਿੱਚ ਉਸ ਦੇ ਉੱਤੇ ਮਾਮਲੇ ਯੂਪੀ ਦੇ ਵਿੱਚ ਵੀ ਚੱਲ ਰਹੇ ਨੇ ਤੇ ਹੁਣ ਯੂਪੀ ਜੇਲ੍ਹ ਦੇ ਵਿੱਚ ਉਹਨੂੰ ਸ਼ਿਫਟ ਕਰਨਾ ਹੋਵੇਗਾ। ਤਾਂ 2 ਹਫ਼ਤੇ ਦੇ ਵਿੱਚ ਤਾਂ ਮੁਖਤਾਰ ਅੰਸਾਰੀ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਅੰਦਰ ਕੀ ਕੁਝ ਹੋਇਆ ਉਹ ਵੀ ਅਸੀਂ ਸਮਝਣ ਦੀ ਤੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਮੁਖਤਾਰ ਅੰਸਾਰੀ। ਯੂਪੀ ਸਰਕਾਰ ਨੇ ਸ਼ਿਫਟ ਕਰਨ ਦੇ ਲਈ ਦਾਖਲ ਕੀਤੀ ਸੀ ਅਰਜ਼ੀ। ਕੈਪਟਨ ਸਰਕਾਰ ਨੂੰ ਇਹ ਝਟਕੇ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਸੁਪਰੀਮ ਕੋਰਟ ਮਾਮਲਾ ਪਹੁੰਚ ਗਿਆ ਸੀ। ਵਿਰੋਧੀ ਇਹ ਵੀ ਸਵਾਲ ਚੁੱਕਦੇ ਨਜ਼ਰ ਆਏ ਕਿ ਆਖਿਰ ਕਿਉਂ ਮੁਖਤਾਰ ਅੰਸਾਰੀ ਨੂੰ ਰੋਕਣਾ ਚਾਹੁੰਦੀ ਹੈ ਪੰਜਾਬ ਦੀ ਸਰਕਾਰ ਰੋਪੜ ਜੇਲ੍ਹ ਦੇ ਵਿੱਚ ਹੀ। ਮੁਖਤਾਰ ਅੰਸਾਰੀ ਦੇ ਵੱਲੋਂ ਆਪਣੇ ਤਰਕ ਦਿੱਤੇ ਜਾ ਰਹੇ ਸੀ, ਮਤਲਬ ਉਸਦੇ ਵਕੀਲਾਂ ਦੇ ਵੱਲੋਂ, ਤੇ ਦੂਜੇ ਪਾਸੇ ਸੁਪਰੀਮ ਕੋਰਟ ਤੱਕ ਪੂਰਾ ਮਾਮਲਾ ਪਹੁੰਚ ਗਿਆ। ਸੁਪਰੀਮ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਯੂਪੀ ਸਰਕਾਰ ਪਹੁੰਚ ਗਈ, ਉੱਤਰ ਪ੍ਰਦੇਸ਼ ਦੀ ਸਰਕਾਰ, ਤੇ ਇਸ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਮੁਖਤਾਰ ਅੰਸਾਰੀ ਨੂੰ ਲੈ ਕੇ ਦੇ ਦਿੱਤਾ ਗਿਆ ਕਿ ਮੁਖਤਾਰ ਅੰਸਾਰੀ ਨੂੰ ਜਿਹੜਾ ਯੂਪੀ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਹੋਏਗਾ। ਹਾਲਾਂਕਿ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸੀਗੇ ਕਿ ਅਜੇ ਕਲੀਅਰ ਨਹੀਂ ਹੈ ਕਿ ਮੁਖਤਾਰ ਅੰਸਾਰੀ ਨੂੰ ਯੂਪੀ ਦੀ ਕਿਹੜੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏਗਾ, ਕਿ ਇਲਾਹਾਬਾਦ ਵਾਲੀ ਜੇਲ੍ਹ 'ਚ ਜਾਂ ਫਿਰ ਬਾਂਦਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏਗਾ, ਇਹ ਅੱਗੇ ਅਜੇ ਤੈਅ ਕੀਤਾ ਜਾਣਾ ਹੈ। ਪਰ ਮੁਖਤਾਰ ਅੰਸਾਰੀ ਨੂੰ ਯੂਪੀ ਭੇਜਿਆ ਜਾਵੇਗਾ ਇਹ ਜ਼ਰੂਰ ਹੁਣ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਦੇ ਵੱਲੋਂ ਇਹ ਜ਼ਰੂਰ ਤੈਅ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਯਾਗਰਾਜ ਦੀ ਜਿਹੜੀ ਵਿਸ਼ੇਸ਼ MP MLA ਕੋਰਟ ਹੈ ਉਹ ਤੈਅ ਕਰੇਗੀ ਕਿ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਦੇ ਵਿੱਚ ਰੱਖਣਾ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ। ਸੁਪਰੀਮ ਕੋਰਟ ਨੇ ਬਾਹੂਬਲੀ ਦੇ ਨਾਮ ਨਾਲ ਜਾਣਿਆ ਜਾਂਦਾ ਮੁਖਤਾਰ ਅੰਸਾਰੀ ਨੂੰ ਵਾਪਸ ਯੂਪੀ ਭੇਜਣ ਦੇ ਹੁਕਮ ਦਿੱਤੇ ਨੇ ਤੇ ਇਹ ਵੀ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ MP MLA ਕੋਰਟ ਹੁਣ ਤੈਅ ਕਰੇਗੀ ਕਿ ਉਸ ਨੂੰ ਬਾਂਦਾ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਰੱਖਿਆ ਜਾਵੇ, ਕਿਉਂਕਿ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਣਾ ਹੈ ਕਿ ਜਿੱਥੇ ਵੀ ਉਸ ਨੂੰ ਰੱਖਿਆ ਜਾਵੇ ਉਹ ਪੂਰੀ ਸੁਰੱਖਿਆ ਨਾ ਸਿਰਫ ਮੁਖਤਾਰ ਅੰਸਾਰੀ ਦੀ ਬਲਕਿ ਉਸ ਪੂਰੇ ਜੇਲ੍ਹ ਦੀ ਵੀ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਜਾਏਗਾ। ਤੁਹਾਨੂੰ ਦੱਸ ਦਈਏ ਕਿ ਪੂਰਵਾਂਚਲ ਦੇ ਮਾਫੀਆ ਡੌਨ ਅਤੇ BSP ਦੇ ਬਾਹੂਬਲੀ ਵਿਧਾਇਕ ਕਹੇ ਜਾਂਦੇ ਨੇ ਮੁਖਤਾਰ ਅੰਸਾਰੀ। ਯੂਪੀ ਅਤੇ ਪੰਜਾਬ ਸਰਕਾਰਾਂ ਦੇ ਵਿੱਚ ਇਹਨਾਂ ਦਿਨੀ ਸਿਆਸੀ ਅਤੇ ਕਾਨੂੰਨੀ ਜੰਗ ਛਿੜੀ ਹੋਈ ਸੀ। ਮੁਖਤਾਰ ਜਿਵੇਂ ਮੈਂ ਦੱਸ ਰਿਹਾ ਕਿ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਹੈ ਤਾਂ ਉੱਥੇ ਯੂਪੀ ਸਰਕਾਰ ਉਸ ਨੂੰ ਯੂਪੀ ਲਿਆ ਕੇ ਇਲਾਹਾਬਾਦ ਦੀ ਸਪੈਸ਼ਲ MP MLA ਕੋਰਟ ਦੇ ਵਿੱਚ ਉਸ ਦੇ ਖਿਲਾਫ ਚੱਲ ਰਹੇ ਮੁਕੱਦਮਿਆਂ ਦਾ ਨਿਪਟਾਰਾ ਕਰਵਾਉਣਾ ਚਾਹੁੰਦੀ ਹੈ। ਖੈਰ ਪੂਰਾ ਰੇੜਕਾ ਦੋਵੇਂ ਸਰਕਾਰਾਂ ਦੇ ਵਿੱਚ ਰਿਹਾ, ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਤੇ ਹੁਣ ਜੋ ਇਸ ਸਮੇਂ ਜਾਣਕਾਰੀ ਕਿ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਦੇ ਦਿੱਤੇ ਗਏ ਨੇ ਕਿ ਯੂਪੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਤੁਹਾਨੂੰ ਦੱਸ ਦਈਏ ਕਿ ਵਿਧਾਇਕ ਹੈ ਮੁਖਤਾਰ ਅੰਸਾਰੀ ਦੇ ਖਿਲਾਫ ਇਲਾਹਾਬਾਦ ਦੀ ਸਪੈਸ਼ਲ MP MLA ਕੋਰਟ ਦੇ ਵਿੱਚ 10 ਮੁਕੱਦਮੇ ਨੇ, 10 ਮੁਕੱਦਮੇ ਸ਼ਾਮਲ ਨੇ। ਇਹਨਾਂ ਦੇ ਵਿੱਚੋਂ ਡਬਲ ਮਰਡਰ ਦਾ ਇੱਕ ਮਾਮਲਾ ਫਾਈਨਲ ਸਟੇਜ ਦੇ ਉੱਤੇ ਹੈ, ਜਿਸ ਦੇ ਉੱਤੇ ਕਿਸੇ ਵੀ ਵੇਲੇ ਜਿਹੜੀ ਸੁਣਵਾਈ ਹੈ ਉਹ ਕੰਕਲੂਡ ਹੋ ਸਕਦੀ ਹੈ। ਉਸ ਤੋਂ ਬਾਅਦ ਮੁਖਤਾਰ ਅੰਸਾਰੀ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਜਾਂ ਉਸ ਦੇ ਉੱਪਰ ਫੈਸਲਾ ਅਦਾਲਤ ਦੇ ਵੱਲੋਂ ਸੁਣਾਇਆ ਜਾ ਸਕਦਾ ਹੈ। ਟ੍ਰਾਇਲ ਤਕਰੀਬਨ ਪੂਰਾ ਹੋ ਚੁੱਕਾ ਹੈ, ਕਦੇ ਵੀ ਫੈਸਲਾ ਉਸ ਡਬਲ ਮਰਡਰ ਵਾਲੇ ਮਾਮਲੇ ਦੇ ਵਿੱਚ ਆ ਸਕਦਾ ਹੈ। ਇਸ ਤੋਂ ਇਲਾਵਾ ਬਾਕੀ ਜਿਹੜੇ 9 ਮੁਕੱਦਮੇ ਨੇ ਇਹਨਾਂ ਦੇ ਵਿੱਚੋਂ 6 ਦੇ ਵਿੱਚ ਗਵਾਹੀ ਦੇ ਨਾਲ ਜਿਹੜੇ ਟ੍ਰਾਇਲਸ ਹੁੰਦੇ ਨੇ ਉਹ ਚੱਲ ਰਹੇ ਨੇ। ਬਾਕੀ 3 ਮੁਕੱਦਮਿਆਂ ਉੱਤੇ ਅਜੇ ਅਦਾਲਤ ਨੇ ਮੁਖਤਾਰ ਦੇ ਉੱਤੇ ਚਾਰਜ ਫਰੇਮ ਯਾਨੀ ਕਿ ਆਰੋਪ ਤੈਅ ਨਹੀਂ ਕੀਤੇ ਨੇ। ਤੇ ਵੱਡੀ ਖਬਰ ਅੱਜ ਦੇ ਦਿਨ ਦੀ ਮੁਖਤਾਰ ਅੰਸਾਰੀ ਦੇ ਨਾਲ ਜੁੜੀ ਹੋਈ ਤੇ ਇਸ ਸਮੇਂ ਸਾਡੇ ਨਾਲ ਦਲਜੀਤ ਚੀਮਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਸਾਬਕਾ ਮੰਤਰੀ ਨੇ ਪੰਜਾਬ ਦੇ ਵਿੱਚ। ਚੀਮਾ ਜੀ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਮੁਖਤਾਰ ਅੰਸਾਰੀ ਨੂੰ ਹੁਣ ਸ਼ਿਫਟ ਕਰਨਾ ਹੀ ਹੋਵੇਗਾ, ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤੇ ਨੇ। ਦੇਖੋ ਗੱਲ ਇਹ ਹੈ ਕਿ ਪੰਜਾਬ ਵਾਸਤੇ ਬੜੀ ਸ਼ਰਮ ਦੀ ਗੱਲ ਹੈ
ਕਿ ਇੱਕ ਹਾਰਡਨਡ ਕ੍ਰਿਮੀਨਲ ਨੂੰ ਜਿਹਨੂੰ ਇੱਕ ਦੂਜੇ ਸੂਬੇ ਦੀ ਸਟੇਟ ਜਿਹੜੀ ਹੈ ਉਹ ਮੰਗ ਰਹੀ ਹੈ, ਉਹਨੂੰ ਬਚਾਉਣ ਵਾਸਤੇ ਸੁਪਰੀਮ ਕੋਰਟ ਲੈਵਲ ਤੱਕ ਜਿਹੜੀ ਹੈ ਸਾਡੀ ਗਵਰਨਮੈਂਟ ਜਿਹੜੀ ਹੈ ਉਹ ਲੜ ਰਹੀ ਹੈ। ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਕਿਸੇ ਚੰਗੇ ਕੰਮ ਵਾਸਤੇ, ਆਪਣੀ ਲਾਅ ਐਂਡ ਆਰਡਰ ਵਾਸਤੇ ਇਹਨਾਂ ਕੋਲ ਟਾਈਮ ਨਹੀਂ ਹੈ, ਔਰ ਸਾਡੀ ਸਰਕਾਰ ਪੈਸਾ ਖਰਚ ਕਰ ਰਹੀ ਹੈ ਇੱਕ ਕ੍ਰਿਮੀਨਲ ਬੰਦੇ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਉਹਨੂੰ ਸਜ਼ਾ ਨਾ ਮਿਲ ਸਕੇ ਉਹਦੀ ਆਪਣੀ ਸਟੇਟ ਦੇ ਵਿੱਚ ਜਾ ਕੇ। ਇਸ ਕਰਕੇ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈ, ਤਾਂ ਚਿਹਰਾ ਅਸਲੀ ਚਿਹਰਾ ਜਿਹੜਾ ਉਹ ਨੰਗਾ ਹੋਇਆ ਜੀ। ਔਰ ਕਿਸ ਹੱਦ ਤੱਕ ਅਸੀਂ ਕ੍ਰਾਈਮ ਨੂੰ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਜਾ ਕੇ ਪੈਟਰੋਨਾਈਜ਼ ਕਰ ਰਹੀਆਂ ਨੇ, ਇਹ ਕ੍ਰਿਮੀਨਲ ਨੂੰ ਬਚਾਉਣ ਵਾਸਤੇ ਕਿਸ ਹੱਦ ਤੱਕ ਪਾਰਟੀਆਂ ਜਾ ਸਕਦੀਆਂ, ਇਹ ਵੀ ਜਿਹੜੀ ਗੱਲ ਹੈ ਇਸ ਫੈਸਲੇ ਤੋਂ ਬਾਅਦ ਜਿਹੜੀ ਹੈ ਉਹ ਨੰਗੀ ਹੋਈ ਹੈ। ਨਹੀਂ ਚੀਮਾ ਸਾਹਿਬ, ਤੁਹਾਨੂੰ ਕਿਉਂ ਲੱਗਦਾ ਹੈ ਕਿ ਜਾਂ ਤੁਹਾਨੂੰ ਕੀ ਇਸ ਦੇ ਪਿੱਛੇ ਵਜ੍ਹਾ ਨਜ਼ਰ ਆਉਂਦੀ ਹੈ ਕਿ ਪੰਜਾਬ ਸਰਕਾਰ ਨੇ ਜਾ ਕੇ ਉੱਥੇ ਤਰਕ ਦਿੱਤੇ ਜਾਂ ਰੋਕਿਆ ਗਿਆ? ਕਿਉਂਕਿ ਮਾਮਲੇ ਹੈਗੇ ਨੇ ਤਾਂ ਇੱਕ ਤਰਕ ਇਹ ਵੀ ਹੋ ਸਕਦਾ ਕਿ ਅਸੀਂ ਆਪਣੇ ਮਾਮਲੇ ਕਨਕਲੂਡ ਕਰਨਾ ਚਾਹੁੰਦੇ ਹਾਂ, ਨਿਬੇੜਨਾ ਚਾਹੁੰਦੇ ਹਾਂ ਜਿਹੜੇ ਵੀ ਹੈਗੇ ਨੇ। ਦੇਖੋ ਗੱਲ ਇਹ ਹੈ, ਜੇ ਆਪਣਾ ਮਾਮਲਾ ਹੋਵੇ ਉਹਦੇ ਵਾਸਤੇ ਗਵਰਨਮੈਂਟ ਦੁਬਾਰਾ ਉਹਨੂੰ ਉੱਥੋਂ ਜਿਹੜੀ ਹੈ ਪ੍ਰੋਪਰ ਪ੍ਰੋਸੀਜਰ ਦੇ ਨਾਲ ਵਾਪਸ ਲਿਆ ਸਕਦੀ ਜੀ। ਪਰ ਇੱਥੇ ਸਾਡੇ ਮੀਡੀਆ ਨੇ ਬੜੀ ਵਾਰੀ ਐਕਸਪੋਜ਼ ਕੀਤੇ ਹੈ ਕਿ ਕਿਸ ਤਰ੍ਹਾਂ ਝੂਠੇ ਕੇਸ ਬਣਾ ਕੇ ਤੇ ਉਹਨੂੰ ਰੋਕਣ ਦੀ ਜਿਹੜੀ ਹੈਗੀ ਹੈ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਥੋੜੇ ਦਿਨ ਪਹਿਲਾਂ ਇਹਦਾ ਡਿਟੇਲਡ ਆਰਟੀਕਲ ਸੀਗਾ ਕਿ ਜਿਸ ਵਿਅਕਤੀ ਦਾ ਕੇਸ ਉੱਤੇ ਪਾਇਆ ਗਿਆ ਜੀ, ਉਹਦੀ ਜਿਹੜੀ ਪਰਿਵਾਰ ਦੇ ਮੈਂਬਰ ਨੂੰ ਨਹੀਂ ਪਤਾ ਕਿ ਸਾਡੇ ਕਿੱਥੇ ਦਸਤਖਤ ਕਰਾ ਲਿਆ। ਤੇ ਇਸ ਗੱਲ ਨੂੰ ਕੀ ਸਮਝਿਆ ਜਾਏ? ਕੋਈ ਇਹਨਾਂ ਗੱਲ ਐਵੇਂ ਤਾਂ ਕੋਈ ਗੱਲ ਇਸ ਲੈਵਲ ਤੱਕ ਨਹੀਂ ਪਹੁੰਚਦੀ ਕਿ ਇੱਕ ਸੂਬੇ ਦੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਜਾ ਕੇ ਇਸ ਗੱਲ ਵਾਸਤੇ ਜਾਣਾ ਗਿਆ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹਨੂੰ ਭੇਜਣਾ ਨਹੀਂ ਚਾਹੁੰਦੀ ਜੀ। ਜੇ ਇਸ ਲੈਵਲ ਤੇ ਕੋਆਪਰੇਸ਼ਨ ਹੋਏਗੀ ਗਵਰਨਮੈਂਟਾਂ ਦੀ, ਤੇ ਤੁਸੀਂ ਦੂਜੇ ਦੇਸ਼ਾਂ ਤੋਂ ਕ੍ਰਿਮੀਨਲ ਨੂੰ ਕਿਵੇਂ ਡੀਲ ਕਰੋਗੇ? ਜੇ ਇੱਕ ਸੂਬੇ ਦੀ ਸਟੇਟ ਜਿਹੜੀ ਹੈ ਉਹ ਦੂਜੀ ਸਟੇਟ ਦੇ ਨਾਲ ਇਸ ਤਰੀਕੇ ਕਰ ਰਹੀ ਹੈ ਇੱਕ ਕ੍ਰਿਮੀਨਲ ਨੂੰ ਬਚਾਉਣ ਵਾਸਤੇ, ਤੇ ਬਾਹਰਲੇ ਦੇਸ਼ਾਂ ਤੋਂ ਜਿੱਥੇ ਹੋਰ ਵੀ ਸਰਕਾਰਾਂ ਦੇ ਕਈ ਤਰ੍ਹਾਂ ਦੇ ਇੰਟਰਸਟ ਹੁੰਦੇ ਆ, ਉੱਥੋਂ ਤੁਸੀਂ ਕੀ ਉਮੀਦ ਕਰਦੇ ਹੋ? ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਚੀਮਾ ਜੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ, ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਕਿਉਂ ਜਾ ਕੇ ਡਿਫੈਂਡ ਕੀਤਾ ਕਿ ਅਸੀਂ ਇਹਨੂੰ ਰੱਖਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਮਾਮਲਾ ਸੀ ਵੀ ਪੰਜਾਬ ਦੇ ਵਿੱਚ, ਹਾਲਾਂਕਿ ਉਸ ਮਾਮਲੇ ਦੇ ਉੱਤੇ ਵੀ ਸਵਾਲ ਚੁੱਕ ਰਹੇ ਨੇ, ਤੇ ਉਹ ਕਹਿ ਰਹੇ ਨੇ ਕਿ ਜੇਕਰ ਇਹ ਮਾਮਲੇ ਸੀ ਵੀ ਤਾਂ ਫਿਰ ਦੁਬਾਰਾ ਪ੍ਰੋਡਕਸ਼ਨ ਵਾਰੰਟ ਤੇ ਲਿਆਇਆ ਜਾ ਸਕਦਾ ਹੈ ਕਿ ਕਿਉਂ ਇਸ ਤਰੀਕੇ ਨਾਲ ਸੁਪਰੀਮ ਕੋਰਟ ਤੱਕ ਮਾਮਲੇ ਨੂੰ ਲੈ ਕੇ ਗਏ, ਕਿ ਪੰਜਾਬ ਸਰਕਾਰ ਇਸ ਤਰੀਕੇ ਨਾਲ ਕਿਉਂ ਇਸ ਪੂਰੇ ਮਾਮਲੇ 'ਚ ਅੱਗੇ ਵਧੀ। ਖੈਰ ਸਵਾਲ ਬਹੁਤ ਸਾਰੇ ਨੇ, ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਕਾਂਗਰਸ ਦੇ ਨੁਮਾਇੰਦੇ ਵੀ ਜੁੜਨ, ਉਹਨਾਂ ਤੋਂ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਸਵਾਲ ਜਵਾਬ ਕਰ ਸਕੀਏ। ਕੈਪਟਨ ਸਰਕਾਰ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ। ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਮੁਖਤਾਰ ਅੰਸਾਰੀ, ਤੇ ਮੁਖਤਾਰ ਅੰਸਾਰੀ ਨੂੰ ਯੂਪੀ ਸਰਕਾਰ ਵਾਪਸ ਯੂਪੀ ਲੈ ਜਾਣਾ ਚਾਹੁੰਦੀ ਸੀ। ਦਰਅਸਲ ਜਿਹੜੇ ਇਲਾਹਾਬਾਦ ਦੀ ਐਮਪੀ ਐਮਐਲਏ ਸਪੈਸ਼ਲ ਕੋਰਟ ਹੈ, ਉਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 10 ਮੁਕੱਦਮੇ ਨੇ ਇਸ ਸ਼ਖਸ ਦੇ ਖਿਲਾਫ, ਮੁਖਤਾਰ ਅੰਸਾਰੀ ਜਿਸ ਦਾ ਨਾਮ ਹੈ। ਬੀਐਸਪੀ ਦੇ ਨਾਲ ਤਾਲੁਕ ਰੱਖਦਾ ਹੈ, 2009 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ, ਹਾਲਾਂਕਿ ਉਸ ਦੇ ਵਿੱਚ ਹਾਰ ਗਿਆ ਸੀ ਵਾਰਾਣਸੀ ਤੋਂ। ਇਹ ਇਲੈਕਸ਼ਨ 2009 ਦੀ ਲੜੀ ਸੀ ਮੁਖਤਾਰ ਅੰਸਾਰੀ ਨੇ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਮੁਖਤਾਰ ਅੰਸਾਰੀ ਦੇ ਵੱਲੋਂ ਵੀ ਅਰਜ਼ੀ ਲਗਾ ਦਿੱਤੀ ਗਈ ਸੀ ਕਿ ਠੀਕ ਹੈ ਤੁਸੀਂ ਮੇਰੇ ਸਾਰੇ ਕੇਸਿਸ ਦਿੱਲੀ ਸ਼ਿਫਟ ਕਰ ਦਿਓ, ਦਿੱਲੀ ਦੀਆਂ ਅਦਾਲਤਾਂ ਦੇ ਵਿੱਚ ਸ਼ਿਫਟ ਕਰ ਦਿਓ, ਉੱਥੇ ਮੈਂ ਇਹਨਾਂ ਦੀ ਸੁਣਵਾਈ ਚਾਹੁੰਦਾ। ਤਾਂ ਉਹ ਵੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਕਿ ਨਹੀਂ, ਅਸੀਂ ਉਹ ਵੀ ਨਹੀਂ ਕਰਾਂਗੇ, ਜੋ ਇਸ ਸਮੇਂ ਚੀਜ਼ਾਂ ਚੱਲ ਰਹੀਆਂ ਨੇ ਤੁਹਾਨੂੰ ਯੂਪੀ ਸ਼ਿਫਟ ਹੋਣਾ ਹੀ ਹੋਏਗਾ। ਤੁਹਾਨੂੰ ਦੱਸ ਦਈਏ ਕਿ ਇੱਕ ਡਬਲ ਮਰਡਰ ਦਾ ਪੂਰਾ ਮਾਮਲਾ ਹੈ ਜੋ ਮੁਖਤਾਰ ਅੰਸਾਰੀ ਦੇ ਖਿਲਾਫ ਹੈ, ਤੇ ਉਸ ਡਬਲ ਮਰਡਰ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਿਲਕੁਲ ਫਾਈਨਲ ਸਟੇਜ ਦੇ ਉੱਤੇ ਉਸ ਪੂਰੇ ਮਾਮਲੇ ਦੀ ਸੁਣਵਾਈ ਪਹੁੰਚ ਚੁੱਕੀ ਹੈ, ਤੇ ਉਸ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਕਦੇ ਵੀ ਸੁਣਵਾਈ ਕੰਕਲੂਡ ਕਰਕੇ ਫੈਸਲਾ ਸੁਣਾਇਆ ਜਾ ਸਕਦਾ ਹੈ। ਉਸ ਮਾਮਲੇ ਦੇ ਵਿੱਚ ਮੁਖਤਾਰ ਅੰਸਾਰੀ ਮੁਲਜ਼ਮ ਹੈ। ਤੇ ਦੂਜਾ ਪੁਆਇੰਟ ਤੁਹਾਨੂੰ ਦੱਸ ਦਈਏ ਕਿ ਇੱਕ ਬੀਜੇਪੀ ਲੀਡਰ ਨੇ ਕ੍ਰਿਸ਼ਨਾਨੰਦ ਰਾਏ, ਉਸ ਦੇ ਮਰਡਰ ਕੇਸ ਦੇ ਵਿੱਚ ਜਿਹੜਾ ਪ੍ਰਾਈਮ ਅਕਿਊਜ਼ ਸੀਗੇ ਮੁਖਤਾਰ ਅੰਸਾਰੀ ਮੁੱਖ ਮੁਲਜ਼ਮ ਸੀ। ਹਾਲਾਂਕਿ 2019 ਦੇ ਵਿੱਚ ਜਾਣਕਾਰੀ ਹੈ ਕਿ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ, ਕਿ ਉਹ ਗਿਲਟੀ ਨਹੀਂ ਨੇ, ਇਸ ਤਰੀਕੇ ਨਾਲ ਚੀਜ਼ਾਂ ਸਾਹਮਣੇ ਆਈਆਂ। ਪਰ ਜਿਹੜੇ 10 ਦਾ ਜ਼ਿਕਰ ਹੋ ਰਿਹਾ ਹੈ ਮੁਕੱਦਮਿਆਂ ਦਾ, ਉਹਨਾਂ ਦੇ ਵਿੱਚੋਂ 6 ਅਜਿਹੇ ਨੇ ਜਿਨ੍ਹਾਂ ਦੇ ਵਿੱਚ ਗਵਾਹੀਆਂ ਚੱਲ ਰਹੀਆਂ ਨੇ, ਤੇ 3 ਅਜਿਹੇ ਨੇ ਜਿਨ੍ਹਾਂ ਦੇ ਵਿੱਚ ਅਜੇ ਚਾਰजेस ਫਰੇਮ ਨਹੀਂ ਕੀਤੇ ਗਏ ਨੇ, ਮਤਲਬ ਕਿ ਆਰੋਪ ਤੈਅ ਨਹੀਂ ਕੀਤੇ ਗਏ ਨੇ। ਇੱਕ ਮਾਮਲਾ ਜਿਹੜਾ ਹੈਗਾ 10 ਦੇ ਵਿੱਚੋਂ ਉਹ ਡਬਲ ਮਰਡਰ ਦਾ ਹੈ, ਤੇ ਉਹ ਦੱਸਿਆ ਜਾ ਰਿਹਾ ਕਿ ਬਿਲਕੁਲ ਆਲਮੋਸਟ ਫਾਈਨਲ ਸਟੇਜ ਦੇ ਉੱਤੇ ਪਹੁੰਚ ਚੁੱਕਿਆ ਹੈ, ਰੋਪੜ ਜੇਲ੍ਹ ਦੇ ਵਿੱਚ ਬੰਦ ਹੈ, ਤੇ ਹੁਣ 15 ਦਿਨਾਂ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਸ਼ਿਫਟ ਕਰਨਾ ਹੋਵੇਗਾ। ਇਹ ਵੀ ਇੱਕ ਵੱਡਾ ਜ਼ਰੂਰ ਚੈਲੰਜ ਹੋਏਗਾ ਸਰਕਾਰ ਦੇ ਸਾਹਮਣੇ, ਦੋਵੇਂ ਸਰਕਾਰਾਂ ਦੇ ਸਾਹਮਣੇ, ਕਿ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਮੁਖਤਾਰ ਅੰਸਾਰੀ ਨੂੰ ਸ਼ਿਫਟ ਕਰਨਾ ਹੈ, ਉਸ ਨੂੰ ਲੈ ਕੇ ਜਾਣਾ ਹੈ।
ਤਾਂ ਇੱਕ ਬਾਹੂਬਲੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਮੁਖਤਾਰ ਅੰਸਾਰੀ। ਬਹੁਤ ਸਾਰੇ ਮੁਕੱਦਮੇ ਨੇ, ਜਿਸ ਤਰੀਕੇ ਨਾਲ ਮੈਂ ਪਹਿਲਾਂ ਜ਼ਿਕਰ ਕਰ ਰਿਹਾ, ਮੈਂ ਉੱਤਰ ਪ੍ਰਦੇਸ਼ ਦਾ ਜ਼ਿਕਰ ਕਰਾਂ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਮਊ, ਗਾਜ਼ੀਪੁਰ, ਵਾਰਾਣਸੀ, ਜੌਨਪੁਰ, ਇਹ ਸਾਰੇ ਉਹ ਇਲਾਕੇ ਨੇ ਜਿੱਥੇ ਦਬਦਬਾ ਇੱਕ ਸਮੇਂ ਦੇ ਵਿੱਚ ਮੁਖਤਾਰ ਅੰਸਾਰੀ ਦਾ ਕਿਹਾ ਜਾਂਦਾ। ਇਸ ਸਮੇਂ ਸਾਡੇ ਨਾਲ ਫੋਨ ਦੇ ਉੱਤੇ ਰਮਨ ਬਾਲਾ ਸੁਬਰਮਨਿਅਮ ਜੀ ਜੁੜ ਰਹੇ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ। ਰਮਨ ਜੀ, ਸਵਾਗਤ ਹੈ। ਮੁਖਤਾਰ ਅੰਸਾਰੀ ਨੂੰ यूपी जेल शिफ्ट करना होगा कि समझते हो कि पंजाब सरकार दे लई, क्योंकि मामला सुप्रीम कोर्ट पहुंच गया सी, कि झटके दे तौर दे उत्ते है? सर, मेरी ਇੱਕੋ ਗੱਲ ਹੈਗੀ ਹੈ ਕਿ ਅਸੀਂ ਹਰ ਚੀਜ਼ ਨੂੰ ਕੋਈ ਈਗੋ ਪ੍ਰੋਬਲਮ ਬਣਾ ਲੈਂਦੇ ਆ, ਕਲੈਸ਼ ਬਣਾ ਲੈਂਦੇ ਆ ਬਿਟਵੀਨ ਦ ਇੰਸਟੀਟਿਊਸ਼ਨਸ, ਕਲੈਸ਼ ਬਣਾ ਲੈਂਦੇ ਆ ਬਿਟਵੀਨ ਦ ਐਗਜ਼ੈਕਟਿਵ ਐਂਡ ਦ ਲੈਜਿਸਲੇਚਰ ਐਂਡ ਦ ਜੁਡੀਸ਼ਰੀ। ਇਸ ਤਰ੍ਹਾਂ ਨਹੀਂ ਹੁੰਦਾ ਜੀ। ਇੱਕ ਪ੍ਰੋਸੈਸ ਚੱਲ ਰਿਹਾ ਸੀਗਾ ਜਿਹਦੇ ਵਿੱਚ ਸਾਡਾ ਜਿਹੜਾ ਮਤ ਸੀਗਾ ਅਸੀਂ ਸੁਪਰੀਮ ਕੋਰਟ 'ਚ ਰੱਖ ਲਿਆ। ਜੋ ਸੁਪਰੀਮ ਕੋਰਟ ਨੇ ਡਿਸੀਜਨ ਦਿੱਤੀ ਹੈਗੀ ਹੈ, ਉਹਨਾਂ ਨੇ ਸਾਰੇ ਮੈਰਿਟ ਦੇ ਹਿਸਾਬ ਨਾਲ ਜੋ ਡਿਸੀਜਨ ਦਿੱਤੀ ਹੈ ਉਸ ਨੂੰ ਅਸੀਂ ਇਨ ਬਿਨ ਪਾਲਣਾ ਕਰਾਂਗੇ। ਅਸੀਂ ਕੋਈ ਮੋਟੀ ਗਵਰਨਮੈਂਟ ਵਾਂਗ ਥੋੜਾ ਹੈਗੇ ਆ ਕਿ ਜਿਹੜੇ ਕਿ ਹਰ ਚੀਜ਼ ਨੂੰ ਸਰਕਮਵੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੁਪਰੀਮ ਕੋਰਟ ਦਾ ਜੋ ਫੈਸਲਾ ਹੈਗਾ ਵਾ ਉਸ ਨੂੰ ਸਟੱਡੀ ਕੀਤਾ ਜਾਵੇਗਾ। ਜੇ ਉਹਦੇ ਵਿੱਚ ਲੱਗਦਾ ਵਾ ਕਿ ਵੀ ਜਿਸ ਤਰ੍ਹਾਂ ਵੀ ਇਹਨੂੰ ਕੰਪਲਾਈ ਵਿੱਚ ਕਰਨਾ ਪਏਗਾ ਤਾਂ ਕੰਪਲਾਈ ਕਰਾਂਗੇ, ਤੇ ਜੇ ਉਹਨਾਂ ਨੂੰ ਲੱਗਦਾ ਵਾ ਕਿ ਵੀ ਇਹਦੇ ਵਿੱਚ ਕੋਈ ਲੀਗਲ ਲੂਪਹੋਲ ਹੈ ਜਾਂ ਲੀਗਲ ਲਕੂਨਾ ਕੋਈ ਹੈਗਾ ਵਾ, ਅਸੀਂ ਬਿਲਕੁਲ ਵੀ ਕਿਸੇ ਬੰਦੇ ਨੂੰ ਪ੍ਰੋਟੈਕਟ ਜਾਂ ਸ਼ੀਲਡ ਨਹੀਂ ਕਰ ਰਹੇ। ਅਸੀਂ ਕਿਸੇ ਬੰਦੇ ਨੂੰ ਕੋਈ ਕਿਸੇ ਤਰ੍ਹਾਂ ਦੀ ਪੈਟਰਨੇਜ ਨਹੀਂ ਦੇ ਰਹੇ। ਪਰ ਉਹ ਇੱਥੋਂ ਦਾ ਵੀ ਕ੍ਰਿਮੀਨਲ ਹੈਗਾ ਵਾ, ਉਹਦੇ ਇੱਥੇ ਵੀ ਇੱਕ ਕੇਸ ਚੱਲ ਰਿਹਾ ਹੈਗਾ ਵਾ। ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣਾ ਜਿਹੜਾ ਵਾ ਰਾਈਟ ਐਗਜ਼ਰਟ ਕੀਤਾ ਵਾ, ਸੁਪਰੀਮ ਕੋਰਟ 'ਚ ਅਸੀਂ ਰੱਖਿਆ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਵੀ ਗੱਲ ਆਈ ਹੈਗੀ ਆ ਉਹਨੂੰ ਅਸੀਂ ਇਨ ਬਿਨ ਪਾਲਣਾ ਕਰਾਂਗੇ। ਅਸੀਂ ਕਨਸਟੀਟਿਊਸ਼ਨ ਨੂੰ ਵੀ ਮੰਨਣ ਵਾਲੇ ਲੋਕ ਹਾਂ। ਅਸੀਂ ਜਿਹੜਾ ਹਿੰਦੁਸਤਾਨ ਦੇ ਜਿਹੜੇ ਸਾਰੇ ਨਿਜ਼ਾਮ ਹੈਗੇ ਉਹਨਾਂ ਨੂੰ ਵੀ ਮੰਨਣ ਵਾਲੇ ਲੋਕ ਹੈਗੇ ਆ। ਅਸੀਂ ਕਾਂਗਰਸ ਪਾਰਟੀ ਹਾਂ ਜਿਹੜੀ ਬੜੀ ਡਿਸਿਪਲਿਨ ਔਰ ਜਿਹੜੀ ਕਾਂਗਰਸ ਦੀ ਗਵਰਨਮੈਂਟਸ ਹੁੰਦੀਆਂ ਵਾ ਉਹ ਰੂਲ ਜਿਹੜਾ ਵਾ ਰੂਲ ਜਿਹੜਾ ਬੁੱਕ ਹੈਗੀ ਆ ਉਸ ਨੂੰ ਫੋਲੋ ਕਰਦੇ ਆ, ਲਾਅ ਆਫ ਦਾ ਲੈਂਡ ਨੂੰ ਅਸੀਂ ਫੋਲੋ ਕਰਦੇ ਹਾਂ। ਠੀਕ ਹੈ। ਨਹੀਂ, ਪਰ ਦੇਖੋ ਅਕਾਲੀ ਦਲ ਦੇ ਸਾਡੇ ਨਾਲ ਨੁਮਾਇੰਦੇ ਕੁਝ ਸਮੇਂ ਪਹਿਲਾਂ ਜੁੜੇ ਹੋਏ ਸੀ। ਰਮਨ ਜੀ, ਉਹ ਸਵਾਲ ਚੁੱਕ ਰਹੇ ਨੇ ਕਿ ਇੱਕ ਕ੍ਰਿਮੀਨਲ ਹੈ ਜਿਸ ਦੇ ਖਿਲਾਫ 10 ਮੁਕੱਦਮੇ ਨੇ यूपी ਦੇ ਵਿੱਚ, ਪੰਜਾਬ 'ਚ ਵੀ। ਹਾਲਾਂਕਿ ਉਸ ਪੂਰੇ ਮੁਕੱਦਮੇ ਤੇ ਵੀ ਸਵਾਲ ਚੁੱਕ ਰਹੇ ਨੇ। ਦਲਜੀਤ ਚੀਮਾ ਜੁੜੇ ਸੀ। ਉਹ ਕਹਿੰਦੇ ਪੰਜਾਬ ਸਰਕਾਰ ਕੋਈ ਹੋਰ ਮੁੱਦਿਆਂ ਨੂੰ ਲੈ ਕੇ ਸੁਪਰੀਮ ਕੋਰਟ ਜਾਵੇ। ਸਮਝ ਆਉਂਦਾ ਕਿ ਇੱਕ ਮੁਖਤਾਰ ਅੰਸਾਰੀ ਵਰਗੇ ਸ਼ਖਸ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਣ ਵਾਸਤੇ ਸੁਪਰੀਮ ਕੋਰਟ ਤੱਕ ਪੈਰਵੀ ਕੀਤੀ ਗਈ, ਕਿ ਸਮਝ ਨਹੀਂ ਆਇਆ ਸਰਕਾਰ ਨੇ ਇਸ ਤਰੀਕੇ ਨਾਲ ਕਿਉਂ ਕੀਤਾ। ਅਕਾਲੀ ਦਲ ਤਾਂ ਬਹੁਤ ਤਿੱਖੇ ਸਵਾਲ ਤੁਹਾਡੇ ਸਾਹਮਣੇ ਰੱਖ ਰਿਹਾ। ਅਕਾਲੀ ਦਲ ਦੀ ਨਾ ਐਕਚੁਅਲੀ ਮੱਤ ਮਾਰ ਗਈ ਹੈ। ਉਹਨਾਂ ਨੂੰ ਹਲੇ ਸਵੇਰੇ ਹਲੇ ਪਤਾ ਨਹੀਂ ਲੱਗਿਆ ਵਾ ਵੀ ਇੱਕ IG ਉਮਰਾ ਨੰਗਲ ਜਿਹੜਾ ਅਸੀਂ ਹੁਣੇ ਰੀਸੈਂਟਲੀ ਸਸਪੈਂਡ ਕੀਤਾ ਹੈਗਾ ਵਾ, ਉਸ ਨੂੰ ਉਹਦੀ ਸ਼ਾਇਦ ਡਿਸਮਿਸਲ ਵੀ ਹੋਵੇ ਅਲਟੀਮੇਟਲੀ। ਇਹ ਜਿਹੜਾ ਰਾਣੋ ਜਿਹੜਾ ਡਰੱਗ ਰੈਕਟੀਅਰ ਸੀਗਾ, ਇਹ ਜਿਹੜਾ ਇਹ ਸੁਮੇਧ ਸੈਣੀ, ਉਮਰਾ ਨੰਗਲ, ਵਿਕਰਮ ਮਜੀਠੀਆ ਔਰ ਇਹਨਾਂ ਦੇ ਬਾਦਲ ਸਾਹਿਬ, ਇਹ ਇੱਕੋ ਜੁੰਡਲੀ ਦੇ ਪਾਰਟ ਨੇ। ਹਲੇ ਤਾਰਾਂ ਉਹਨਾਂ ਤੱਕ ਪਹੁੰਚਣੀਆਂ ਵਾ। ਇਹੋ ਜਿਹੇ ਲੋਕ ਤਾਂ ਘੱਟੋ ਘੱਟ ਇਹਨਾਂ ਚੀਜ਼ਾਂ ਬਾਰੇ ਗੱਲ ਹੀ ਨਾ ਕਰਨ, ਜਿਨ੍ਹਾਂ ਨੇ ਗੁੰਡਾ ਰਾਜ ਇੱਥੇ ਪੰਜਾਬ 'ਚ ਕ੍ਰੀਏਟ ਕੀਤਾ, ਜਿਨ੍ਹਾਂ ਨੇ ਗੁੰਡਾ ਰਾਜ ਇੱਥੇ ਐਸਟੈਬਲਿਸ਼ ਕੀਤਾ। ਇੱਥੇ ਸਾਰਾ ਪੰਜਾਬ ਨੂੰ ਹਿੰਦੁਸਤਾਨ 'ਚ ਸਭ ਨਾਲੋਂ ਜ਼ਿਆਦਾ ਬਦਨਾਮ ਸੂਮਾ ਬਣਾਤਾ, ਚਿੱਟਾ ਵੇਚ ਕੇ, ਉਹ ਵੇਚ ਕੇ। ਇਹਨਾਂ ਤੋਂ ਜਿਹੜਾ ਘੱਟੋ ਘੱਟ ਮੋਰਲ ਕੁਐਸਚਨਿੰਗ ਤੁਸੀਂ ਕਰੋ। ਏਦਾਂ ਨਹੀਂ ਹੈ ਨਾ, ਇਹਨਾਂ ਤੋਂ ਇਹ ਦੇਖੋ ਇਹਨਾਂ ਨੂੰ ਹੋਛੀਆਂ ਟਿੱਪਣੀਆਂ ਕਰਨ ਦੀ ਆਦਤ ਹੈਗੀ ਹੈ। ਇਹ ਆਪਣੇ ਜਿਹੜੇ ਪੀੜੀ ਥੱਲੇ ਸੋਟਾ ਨਹੀਂ ਮਾਰਦੇ। ਇਹਨਾਂ ਦੇ ਤਾਂ ਵੱਡੇ ਜਿੰਨੇ ਲੀਡਰ ਹੈ ਨਾ, ਇਹ ਜੇਲ੍ਹਾਂ ਦੇ ਵਿੱਚ ਜਾਣਗੇ। ਤੁਸੀਂ ਆਉਣ ਵਾਲਾ ਟਾਈਮ ਦੇਖੋ, ਇਹ ਚੀਜ਼ਾਂ ਜਿਹੜੀਆਂ ਵਾ ਹੁਣ ਖੁੱਲ ਰਹੀਆਂ, ਤਾਰਾਂ ਸਾਰੀਆਂ ਤਾਰਾਂ ਦੇ। ਇਹ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦਾ ਵਾ। ਇਹਦੇ ਮੁਖਤਾਰ ਅੰਸਾਰੀ ਵਾਲੇ ਕੇਸ ਦੇ ਵਿੱਚ ਤੁਹਾਨੂੰ ਯਾਦ ਹੋਣਾ ਵਾ ਵੀ ਮੈਂ ਇੱਕ ਕਮੈਂਟ ਪਾਇਆ ਸੀਗਾ, ਤੁਹਾਡੇ ਚੈਨਲ ਤੇ ਹੀ ਪਾਇਆ ਸੀਗਾ ਕਿ ਇਹ ਵਿਕਰਮ ਮਜੀਠੀਆ ਨੇ ਬੜਾ ਉੱਚੀ ਰੌਲਾ ਪਾਇਆ ਸੀਗਾ ਕਿ ਇਹਨੂੰ ਐ ਕੀ ਕੀਤਾ, ਇਹਨੂੰ ਉਹ ਕੀ ਕੀਤਾ। ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਇਹਨਾਂ ਦੇ ਕਿਉਂਕਿ ਇਹ ਗੈਂਗ ਵਾਰਸ ਹੈ, ਇੱਕ ਗੈਂਗ ਦੂਜੇ ਨਾਲ, ਇਹ ਕੋਈ ਵੱਡੀ ਗੱਲ ਨਹੀਂ ਹੈ। ਇਹ ਕਿਸੇ ਹੋਰ ਗੈਂਗ ਦੇ ਪਾਰਟ ਹੋਣ, ਇਹ ਉਸ ਇਨੈਕਟਮੈਂਟ ਦਾ ਪਾਰਟ ਹੋਣ ਕਿ ਵੀ ਤੁਸੀਂ ਉਹਨੂੰ ਕੱਢੋ ਉੱਥੋਂ ਦੀ, ਅਸੀਂ ਇਹਨੂੰ ਕੁਝ ਇੱਥੇ ਪ੍ਰਤਾੜਿਤ ਕਰਾਂਗੇ ਜਾਂ ਕੁਝ ਕਰਾਂਗੇ। ਗੱਲਾਂ ਨਾ ਮਤਲਬ ਬੜੀਆਂ ਡੂੰਘੀਆਂ ਚੱਲਦੀਆਂ। ਤੁਸੀਂ ਕਹਿ ਰਹੇ ਹੋ ਕਿ ਡਰੱਗ ਰੈਕਟ ਨਾਲ ਮਾਮਲਾ ਜੁੜ ਸਕਦਾ ਮੁਖਤਾਰ ਅੰਸਾਰੀ ਦਾ, ਪਰ ਰਮਨ ਜੀ ਕੋਈ ਬਹੁਤ ਖੁੱਲ ਕੇ ਇਸ ਬਾਰੇ ਗੱਲ ਕੀਤੀ ਨਹੀਂ ਗਈ। ਦੇਖੋ ਹੁਣ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਸਵਾਲ ਚੁੱਕ ਰਿਹਾ ਕਿ ਮੋਰਲ ਜਿਹੜੇ ਕੁਐਸਚਨ ਨੇ ਉਹਨਾਂ ਨੂੰ ਹੋਣਾ ਚਾਹੀਦਾ, ਪਰ ਮੇਰਾ ਸਵਾਲ ਇਹ ਹੈ ਕਿ ਵਾਕਈ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਮੁਖਤਾਰ ਅੰਸਾਰੀ ਇੰਨਾ ਇੰਪੋਰਟੈਂਟ ਕਿਉਂ ਹੋ ਗਿਆ ਸਰਕਾਰ ਦੇ ਲਈ। ਬਹੁਤ ਸਾਰੇ ਇੱਥੇ ਗੈਂਗਸਟਰਸ ਨੇ ਜਿਹਨਾਂ ਨੂੰ ਆਪਾਂ ਪ੍ਰੋਡਕਸ਼ਨ ਵਾਰੰਟ ਤੋਂ ਲੈ ਕੇ ਆਉਂਦੇ ਆ, ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਸੂਬੇ ਦੀ ਪੁਲਿਸ ਰੱਖਦੀ ਹੈ, ਉਸ ਤੋਂ ਬਾਅਦ ਵਾਪਸ ਭੇਜ ਦਿੱਤਾ ਜਾਂਦਾ। ਇਹ ਮੁਖਤਾਰ ਅੰਸਾਰੀ ਦੇ ਲਈ ਇਨਫੈਕਟ ਅਕਾਲੀ ਦਲ ਦੇ ਆਗੂ ਤਾਂ ਇਹ ਸਵਾਲ ਚੁੱਕਦੇ ਨਜ਼ਰ ਆਏ ਕਿ ਜਿਸ ਮਾਮਲੇ ਦੇ ਵਿੱਚ ਮੁਲਜ਼ਮ ਬਣਾਇਆ ਗਿਆ ਹੈ, ਜਿਸ ਫੈਮਿਲੀ ਦੇ ਉੱਤੇ ਉਹ ਪੂਰਾ ਮਾਮਲਾ ਸੀ, ਉਹਨਾਂ ਨੂੰ ਨਹੀਂ ਪਤਾ ਕਿ ਇਹ ਮੁਖਤਾਰ ਅੰਸਾਰੀ ਨੂੰ ਇਸ ਕਰਕੇ ਰੱਖਿਆ ਹੋਇਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਿਰਫ ਸਿੰਪਲ ਇੱਕ ਗੱਲ ਤੁਸੀਂ ਆਪਣਾ ਦੱਸ ਦਿਓ
ਕਿ ਕੀ ਉਹ ਪੰਜਾਬ ਦੇ ਵਿੱਚ ਐਜ਼ ਅ ਵਾਂਟਡ ਕ੍ਰਿਮੀਨਲ ਹੈ ਕਿ ਨਹੀਂ ਹੈ, ਤੁਸੀਂ ਹਾਂ ਜਾਂ ਨਾ ਚ ਜਵਾਬ ਦੇ ਦਿਓ। ਨਹੀਂ ਸਰ, ਤੁਸੀਂ ਮੈਨੂੰ ਕੁਐਸਚਨਿੰਗ ਕਰ ਰਹੇ ਹੋ, ਮੈਂ ਤਾਂ ਤੁਹਾਨੂੰ ਸਿੱਧਾ ਪੁੱਛ ਰਿਹਾ ਕਿ ਬਹੁਤ ਸਾਰੇ ਵਾਂਟਡ ਹੈ ਤੇ ਅਸੀਂ ਉਹਨੂੰ ਲੈ ਕੇ ਆਵਾਂਗੇ। ਮੈਂ ਤਾਂ ਇਸੇ ਕਰਕੇ ਸਵਾਲ ਪੁੱਛ ਰਿਹਾ ਕਿ ਬਹੁਤ ਸਾਰੇ ਲੋਕ ਵਾਂਟਡ ਹੈਗੇ ਨੇ। ਮੈਂ ਲਾਰੈਂਸ ਬਿਸ਼ਨੋਈ ਦਾ ਨਾਮ ਲਵਾਂ, ਬਹੁਤ ਸਾਰੇ ਜਿਹੜੇ ਹੋਰ ਕ੍ਰਿਮੀਨਲਸ ਹੈਗੇ ਨੇ ਦੂਜੇ ਸੂਬਿਆਂ ਦੇ, ਆਪਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਣੇ ਆ। ਇਸ ਕਰਕੇ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਇਹ ਸਪੈਸ਼ਲ ਕੇਸ ਹੈ ਜਾਂ ਵਾਕਈ ਕਿਉਂ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚ ਗਿਆ। ਇਸੇ ਗੱਲ ਪਿੱਛੇ ਕਿ ਇੱਕ ਸ਼ਖਸ ਨੂੰ ਆਪਾਂ ਕੋਰਟ ਦੇ ਵਿੱਚ ਜਾ ਕੇ ਵੀ ਰੱਖ ਲਈਏ ਕਿ ਨਹੀਂ ਪੰਜਾਬ ਤੋਂ ਬਾਹਰ ਨਾ ਜਾਵੇ, ਸਾਡੀ ਜੇਲ੍ਹ 'ਚ ਰਹੇ। ਇੱਕ ਗੌਰਵ ਜੀ, ਹੁਣ ਮੇਰਾ ਵਿੱਚ ਤੁਸੀਂ ਨਾ, ਤੁਹਾਨੂੰ ਆਦਤ ਹੈਗੀ ਹੈ, ਤੁਸੀਂ ਕੁਐਸਚਨ ਨਾ ਕਾਊਂਟਰ ਕਰ ਦਿੰਦੇ ਹੋ, ਤੁਸੀਂ ਗੱਲ ਪੂਰੀ ਸੁਣਦੇ ਨਹੀਂਗੇ ਕਦੀ ਵੀ। ਬਿਲਕੁਲ ਇੱਕ ਸਿੰਪਲ ਜੀ ਗੱਲ, ਮੈਂ ਤੁਹਾਨੂੰ ਪੁੱਛਿਆ ਸੀ ਵੀ ਉਹ ਪੰਜਾਬ ਦਾ ਇੱਕ ਕ੍ਰਿਮੀਨਲ ਹੈਗਾ ਵਾ, ਅਸੀਂ ਉਸ ਕ੍ਰਿਮੀਨਲ ਨੂੰ ਇੱਥੇ ਟਰਾਈ ਕਰਨਾ, ਉਹਨੂੰ ਪਨਿਸ਼ ਕਰਨਾ ਵਾ। ਮਾਈ ਵੇ ਔਰ ਦਾ ਹਾਈਵੇ ਦਾ ਐਟੀਟਿਊਡ ਬੀਜੇਪੀ ਦੀ ਗਵਰਨਮੈਂਟਸ ਹੈ। ਉਹ ਉੱਥੇ ਬੀਐਸਪੀ ਦਾ ਇੱਕ ਉੱਥੇ ਐਮਐਲਏ ਵੀ ਰਿਹਾ ਵਾ, ਔਰ ਉੱਥੋਂ ਦੀ ਪੋਲਿਟਿਕਸ ਦੇ ਵਿੱਚ ਉਹਦਾ ਅਸਲ ਸੂਕ ਵੀ ਹੈ, ਪ੍ਰਭਾਵ ਵੀ ਹੈ ਉਹਦਾ। ਉਹਨਾਂ ਦੀ ਔਨ ਦਾ ਕੰਟਰੇਰੀ ਉਹਨਾਂ ਦੀ ਸਰਕਾਰ ਏਦਾਂ ਦੀ ਹੈਗੀ ਆ, ਉਹ ਕਹਿੰਦੀ ਹੈ ਕਿ ਨਹੀਂ ਸਾਡਾ ਹੀ ਕ੍ਰਿਮੀਨਲ ਹੈ, ਤੁਹਾਡਾ ਤਾਂ ਕ੍ਰਿਮੀਨਲ ਹੀ ਨਹੀਂ ਹੈ। ਪਰ ਹੁਣ ਜਦੋਂ ਗੱਲ ਇਸ਼ੂ ਸੁਪਰੀਮ ਕੋਰਟ ਤੱਕ ਸੈਟਲ ਹੋ ਗਈ ਹੈ, ਆਪਾਂ ਉਸ ਤੇ ਕਿੰਤੂ ਪਰੰਤੂ ਕਰਨ ਦਾ ਆਪਣੇ ਮੈਨੂੰ ਲੱਗਦਾ ਕੋਈ ਗੁੰਜਾਇਸ਼ ਦੀ ਗੱਲ ਨਹੀਂ ਕਿ ਅਸੀਂ ਉਹਨੂੰ ਆਨਰ ਕਰਾਂਗੇ, ਕੋਈ ਇਹੋ ਜਿਹੀ ਗੱਲ ਨਹੀਂ ਗੀ। ਪਰ ਅਕਾਲੀ ਦਲ ਨੂੰ ਕਹੋ ਕਿ ਤੁਸੀਂ ਆਪਣਾ ਧਿਆਨ ਰੱਖੋ, ਕਿਉਂਕਿ ਤੁਹਾਡੇ ਤਾਂ ਸਾਰੇ ਨੇਤਾ ਕ੍ਰਿਮੀਨਲਸ ਦੇ ਨਾਲ ਵੈਸੇ ਹੀ ਗੈਂਗਸਟਰ ਕਲਚਰ ਦਾ ਤੁਸੀਂ ਤਾਂ ਪਾਰਟ ਹੈਗੇ ਹੋ। ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਹੈ, ਡਰੱਗ ਕਲਚਰ ਹੈ, ਸਿੰਡੀਕੇਟ ਕਲਚਰ ਹੈ, ਮਾਫੀਆ ਕਲਚਰ ਹੈ, ਇਹਨਾਂ ਦੀ ਇਹ ਜਨਮਦਾਤਾ ਹੀ ਜਿਹੜੀ ਹੈ ਬੀਜੇਪੀ, ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਰਹੀ ਹੈ। ਸੋ ਇਹਨਾਂ ਦੇ ਕੋਲੇ ਹਲੇ ਸੇਕ ਇਹਨਾਂ ਦੇ ਵੱਡੇ ਲੀਡਰਾਂ ਤੱਕ ਪਹੁੰਚਣਾ ਵਾ। ਹੁਣ ਜਿਹੜੀ ਆ ਪੰਡੋਰਾ ਬਾਕਸ ਖੁੱਲ ਗਿਆ, ਅਫਸਰ ਜਿਹੜੇ ਫੜੇ ਜਾਣ ਲੱਗੇ ਆ, ਜਿਹੜੇ ਡਰੱਗਸ ਦਾ ਕੰਮ ਕਰਦੇ ਸੀਗੇ, ਜਿਹੜੇ ਨਾਰਕੋਟਿਕਸ ਦਾ ਕੰਮ ਕਰਦੇ ਸੀ, ਜਿਹੜੇ ਗਨਸ ਦਾ ਕੰਮ ਕਰਦੇ ਸੀ, ਜਿਹੜੇ ਮਾਫੀਆ ਦਾ ਕੰਮ ਕਰਦੇ ਸੀਗੇ, ਇਹ ਸਾਰੇ ਲੋਕ ਜਿਹੜੇ ਆ ਇੱਕ ਆਪਸ ਚ ਰਲੇ ਮਲੇ ਦਲੇ ਹੈਗੇ ਆ। ਤੁਸੀਂ ਇਹਨਾਂ ਦੇ ਇਹ ਇੱਕੋ ਥਾਲੀ ਦੇ ਚੱਟੇ ਬੱਟੇ ਆ, ਇਹ ਸਾਰਿਆਂ ਦੇ ਉੱਤੇ ਜਿਹੜਾ ਵਾ ਰੰਗ ਤੱਕ ਪਹੁੰਚਣਾ ਵਾ। ਮੁਖਤਾਰ ਅੰਸਾਰੀ ਜਿਹੜਾ ਵਾ, ਅਸੀਂ ਬਿਲਕੁਲ ਨਹੀਂ ਚਾਹਦੇ ਵੀ ਇਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਸ਼ੀਲਡ ਹੋਵੇ। ਜੇ ਕ੍ਰਾਈਮ ਕੀਤਾ ਤਾਂ ਇਹਨੂੰ ਪਨਿਸ਼ ਕਰੇ ਐਸ ਪਰ ਦਾ ਲਾਅ ਆਫ ਦਾ ਲੈਂਡ। ਠੀਕ ਹੈ ਸਰ, ਤੁਸੀਂ ਸਾਨੂੰ ਕੋਈ ਦਿੱਕਤ ਨਹੀਂ ਸਾਹਿਬ। ਹਾਂ, ਨਹੀਂ ਠੀਕ ਹੈ ਸਰ, ਦਿੱਕਤ ਨਹੀਂ ਹੈ। ਅਸਲ 'ਚ ਦਿੱਕਤ ਕੀ ਹੈ ਕਿ ਤੁਹਾਨੂੰ ਹਮੇਸ਼ਾ ਲੱਗਦਾ ਕਿ ਗੌਰਵ ਆ ਕੇ ਕਾਊਂਟਰ ਕੁਐਸਚਨ ਕਰ ਦਿੰਦਾ ਹੈ। ਮੇਰੇ ਤਾਂ ਕੰਮ ਹੈ ਸਰ, ਤੁਸੀਂ ਐਜ਼ ਅ ਗੌਰਵ, ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਪਾਰਟੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਹਾਂ ਨਾ ਜਵਾਬ ਦੇ। ਸਰ ਮੈਂ ਇੱਥੇ ਹਾਂ ਨਾ ਚ ਜਵਾਬ ਦੇਣ ਨੂੰ ਨਹੀਂ ਬੈਠਾ, ਮੈਂ ਲੋਕਾਂ ਦੇ ਕੁਐਸਚਨ ਕਰਨ ਨੂੰ ਬੈਠਾ। ਫਿਰ ਇਸ ਤਰ੍ਹਾਂ ਮੈਂ ਉਹੀ ਕਹਿਣਾ ਕਿ ਤੁਸੀਂ ਹਰ ਵਾਰੀ ਆਪਣੀ ਇਹ ਗੱਲ ਹੁੰਦੀ ਹੈ, ਮੈਂ ਦੇਖਿਆ ਅੱਗੇ ਕਈ ਵਾਰ ਤੁਸੀਂ ਆ ਕੇ ਵਾਪਸ ਐਂਕਰ ਦੇ ਉੱਪਰ ਕਹਿ ਦਿੰਦੇ ਕਿ ਤੁਸੀਂ ਦੱਸੋ। ਆਈ ਐਮ ਨਾਟ ਹੇਅਰ ਟੂ ਆਨਸਰ ਐਨੀਬਾਡੀ, ਨਹੀਂ ਕਿ ਮੈਂ ਇੱਥੇ ਕਿਸੇ ਦੇ ਆਨਸਰ ਕਰਨ ਵਾਸਤੇ, ਮੈਂ ਇੱਥੇ ਕੁਐਸਚਨ ਲੋਕਾਂ ਦੇ ਕੁਐਸਚਨ ਤੁਸੀਂ ਕੁਐਸਚਨ ਫਰੇਮ ਕਰ ਲਿਆ ਕਰੋ। ਮੈਂ ਉਹੀ ਕਰਦਾ ਸਰ, ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਉਹੀ ਕਰਦਾ, ਮੈਂ ਤਾਂ ਹੁਣ ਵੀ ਉਹੀ ਕਰ ਰਿਹਾ ਕਿ ਕਿਸੇ ਇੱਕ ਮੁਲਜ਼ਮ ਦੇ ਲਈ ਸਪੈਸ਼ਲ ਕਿਵੇਂ ਹੋ ਸਕਦਾ ਹੈ ਕਿ ਜੇਕਰ ਬਾਕੀ ਕੋਈ ਆਪਾਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਂਦੇ ਆ ਇਹਨੂੰ ਕਿਉਂ ਨਹੀਂ ਲਿਆ ਸਕਦੇ ਪ੍ਰੋਡਕਸ਼ਨ ਵਾਰੰਟ ਤੇ? ਮੈਨੂੰ ਦੱਸੋ ਇਸ ਸਵਾਲ ਦੇ ਵਿੱਚ ਕੀ ਪ੍ਰੋਬਲਮ ਨਜ਼ਰ ਆ ਰਹੀ ਹੈ? ਤੁਸੀਂ ਸਾਹਿਬ ਹੋਰ ਕੇਸ ਦੱਸ ਦਿਓ, ਅਸੀਂ ਉਹਦੇ ਵਿੱਚ ਵੀ ਇਦਾਂ ਹੀ ਐਕਟਿਵ ਲਾਵਾਂਗੇ, ਪ੍ਰੋਐਕਟਿਵ ਲਵਾਂਗੇ। ਅਸੀਂ ਆਪਣਾ ਸਟੇਟ ਦੇ ਰਾਈਟ ਪ੍ਰੋਟੈਕਟ ਕਰਨੇ ਆ। ਅਸੀਂ ਸਟੇਟ ਦਾ ਜਿਹੜਾ ਕ੍ਰਿਮੀਨਲ ਆ, ਸਾਡਾ ਕ੍ਰਿਮੀਨਲ, ਮੈਂ ਤਾਂ ਸਰ ਨਾਮ ਲਿਆ ਸੀਗਾ ਕਿਉਂਕਿ ਬਹੁਤ ਸਾਰੇ ਮੁਲਜ਼ਮਾਂ ਦੇ ਕਈ ਵਾਰ ਆਪਾਂ ਨੂੰ ਨਾਮ ਯਾਦ ਨਹੀਂ ਹੁੰਦੇ। ਲਾਰੈਂਸ ਬਿਸ਼ਨੋਈ ਦਾ ਮੈਂ ਜ਼ਿਕਰ ਕੀਤਾ ਕਿ ਕਈ ਵਾਰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਂਦੇ ਆਪਾਂ ਨੂੰ, ਮੈਂ ਬਹੁਤ ਸਾਰੇ ਸੁਣਿਆ ਆਪਾਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਂਦੇ। ਇਨਫੈਕਟ ਪੰਜਾਬ 'ਚ ਕਈ ਮੁਲਜ਼ਮ ਅਜਿਹੇ ਜੇਲ੍ਹਾਂ 'ਚ ਬੰਦ ਹੁੰਦੇ ਨੇ ਜਿਹੜੇ ਪੰਜਾਬ ਦੇ ਨੇ, ਮੁੱਖ ਉਹਨਾਂ ਦੇ ਮੁਲਜ਼ਮ ਮਾਮਲੇ ਜਿਹੜੇ ਪੰਜਾਬ 'ਚ ਨੇ ਉਹ ਹਰਿਆਣਾ ਪੁਲਿਸ ਲੈ ਜਾਂਦੀ ਹੈ ਪ੍ਰੋਡਕਸ਼ਨ ਤੇ, ਦਿੱਲੀ ਪੁਲਿਸ ਲੈ ਜਾਂਦੀ ਹੈ ਪ੍ਰੋਡਕਸ਼ਨ ਤੇ। ਇਹ ਇੱਕ ਤਰੀਕੇ ਨਾਲ ਚੱਲਦਾ। ਚਲ ਮੇਰੀ ਗੱਲ ਸੁਣੋ ਸਰ, ਆਪਾਂ ਹੁਣ ਇਸ ਤੇ ਕੁਐਸਚਨ ਮੈਂ ਜਦੋਂ ਤੁਹਾਨੂੰ ਐਗਰੀ ਕਰ ਗਿਆ ਮੈਂ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਅਸੀਂ ਉਹਨੂੰ ਓਨਰ ਕਰਾਂਗੇ। ਅਸੀਂ ਲਾਅ ਅਬਾਈਡਿੰਗ ਗਵਰਨਮੈਂਟ ਹੈਗੇ ਆ, ਅਸੀਂ ਲਾਅ ਆਫ ਦਾ ਲੈਂਡ ਨੂੰ ਜਿਹੜਾ ਹੈ ਪੂਰਾ ਅਸੀਂ ਸਪੋਰਟ ਕਰਦੇ ਆ, ਤੁਸੀਂ ਬੇਫਿਕਰ ਰਹੋ। ਪਰ ਮੈਂ ਸਿਰਫ ਇਹੀ ਕਰਨਾ ਮੈਂ ਵੀ ਅਕਾਲੀ ਦਲ ਵਾਲਿਆਂ ਨੂੰ ਜਦੋਂ ਤੁਸੀਂ ਪੁੱਛਦੇ ਹੋ ਉਹਨਾਂ ਨੂੰ ਤਾਂ ਹੁਣ ਪੁੱਛੋ ਇਸ ਵੀ ਉਮਰਾ ਨੰਗਲ ਨੂੰ, ਤੁਹਾਡੇ ਇਸ ਉਮਰਾ ਨੰਗਲ ਨੇ ਕਿਵੇਂ ਇਸ ਰਾਣੋ ਨੂੰ 4 ਕਿੱਲੇ ਜ਼ਮੀਨ ਜਿਹੜੀ ਹੈ ਅਪੋਲੋ ਹਸਪੀਟਲ ਦੇ ਪਿੱਛੇ ਦਵਾਈ, ਉਸਨੇ ਕਿਵੇਂ ਇਹਨੂੰ ਸਿਕਿਉਰਿਟੀਆਂ ਮਿਲੀਆਂ, ਕਿਵੇਂ ਉਸ ਬੰਦੇ ਨੂੰ ਸਾਰਾ ਕੁਝ ਕੀਤਾ। ਇਹ ਨਹੀਂ ਸਰ, ਉਹ ਸਾਰੀ ਕੁਐਸਚਨ ਹੁੰਦੀ ਹੈ ਸਰ। ਮੈਂ ਤਾਂ ਤੁਹਾਨੂੰ ਇਹ ਤਾਂ ਕ੍ਰਿਮੀਨਲ ਔਰ ਗੈਂਗਸਟਰ ਸਰ, ਮੈਂ ਚਲੋ ਮੇਰੇ ਕੋਲ ਸਮਾਂ ਪੂਰਾ ਮੈਂ ਕੀਤੀ ਹੋਈ ਹੈ। ਜੀ ਅਸੀਂ ਇਹੀ ਸਵਾਲ ਕਰ ਰਹੇ ਹਾਂ ਸਰ। ਦੇਖੋ ਦੋ ਅਲੱਗ-ਅਲੱਗ ਮਾਮਲੇ ਨੇ, ਜਦੋਂ ਰਾਣੋ ਵਾਲੀ ਗੱਲ ਹੋਏਗੀ ਤਾਂ ਫਿਰ ਸਭ ਨੂੰ ਕੁਐਸਚਨਿੰਗ ਹੁੰਦੀ ਹੈ, ਉਹ ਪਹਿਲਾਂ ਇਸ ਤੋਂ ਉੱਪਰ ਡਿਬੇਟ ਕਰ ਚੁੱਕੇ ਹਨ ਫੈਕਟਰਸ ਦੇ ਉੱਤੇ। ਚਲੋ ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀਗਾ ਗੈਂਗਸ ਦੇ ਨਾਲ ਤਾਂ ਨਾ ਅਕਾਲੀ ਦਲ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਮੁਖਤਾਰ ਅੰਸਾਰੀ ਦੇ ਨਾਲ ਇਹ ਪੂਰਾ ਕੋਈ ਨੈਟਵਰਕ ਹੈ ਜਾਂ ਕੋਈ ਨੈਕਸਸ ਹੈ, ਜੇ ਇੰਨੇ ਵੱਡੇ ਖੁਲਾਸੇ ਤੁਸੀਂ ਕਰ ਰਹੇ ਹੋ ਤਾਂ ਬਕਾਇਦਾ ਆ ਕੇ ਪ੍ਰੈਸ ਕਾਨਫਰੰਸ ਕਰ ਦਿਓ ਸਰ ਉਸ ਦਿਨ ਲੈ ਕੇ, ਕਿ ਜੋ ਵੀ ਹੁਣ ਤੱਕ ਜਿਹੜੀਆਂ ਇਨਪੁਟਸ ਇਕੱਠੀਆਂ ਹੋਈਆਂ ਨੇ ਨਾ, ਤਾਂ ਸਭ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਅਕਾਲੀ ਦਲ ਅੱਜ ਬੋਲ ਰਿਹਾ। ਕਿ ਜੇ ਤੁਹਾਨੂੰ ਲੱਗਦਾ ਕਿ ਹਾਂ ਬਹੁਤ ਸਾਰੇ ਤੱਥ ਸਾਹਮਣੇ ਨਹੀਂ ਸਾਹਮਣੇ ਆ ਜਾਣ, ਲੋਕਾਂ ਦੇ ਸਾਹਮਣੇ ਆ ਜਾਣਗੇ ਤਾਂ ਮੈਂ ਬੋਲਾਂਗਾ ਸਾਹਿਬ। ਤੁਸੀਂ ਚੁੱਪ ਹੋਵੋਗੇ ਤਾਂ ਮੈਂ ਬੋਲਾਂਗਾ ਨਾ ਸਰ। ਸਰ ਤੁਸੀਂ ਸੁਣੋ ਮੇਰੀ ਗੱਲ, ਮੈਂ ਤੁਹਾਨੂੰ ਇਹ ਕਿਹਾ ਵਾ
ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹ ਚੀਜ਼ਾਂ ਇੰਨੀਆਂ ਪ੍ਰਤੱਖ ਰੂਪ ਦੇ ਵਿੱਚ ਨਹੀਂ ਹੁੰਦੀਆਂ, ਇਹ ਇਸ ਤਰ੍ਹਾਂ ਨਹੀਂ ਹੁੰਦੀਆਂ ਜਿਹਨੂੰ ਇਹ ਉਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ, ਜਿਨ੍ਹਾਂ ਦੇ ਵਿੱਚ ਤੁਸੀਂ ਤੁਹਾਡੀ ਸਮਝ ਤੋਂ ਪਰੇ ਹੁੰਦੀਆਂ ਵਾ, ਪਰ ਤੁਸੀਂ ਸਮਝ ਰਹੇ ਹੁੰਦੇ ਹੋ ਵੀ ਇਹ ਬੰਦਾ ਕੰਮ ਕਰ ਕਿਉਂ ਰਿਹਾ ਵਾ। ਇਸ ਨੂੰ ਪੰਜਾਬ ਦੇ ਹੋਰ ਮੁੱਦਿਆਂ ਦੀ ਬਾਰੇ ਗੱਲ ਕਿਉਂ ਨਹੀਂ ਕਰਦਾ ਪਿਆ। ਇਹ ਪੰਜਾਬ ਦਾ ਵਿਧਾਨ ਸਭਾ ਦਾ ਇੰਨਾ ਸੈਸ਼ਨ ਸਾਰਾ ਇੱਕ ਮੁਖਤਾਰ ਅੰਸਾਰੀ ਤੇ ਕਿਉਂ ਖਰਾਬ ਕਰਦਾ ਪਿਆ। ਤੁਹਾਨੂੰ ਯਾਦ ਹੋਣਾ ਵਾ ਕਿ ਇੱਕ ਟਾਈਮ ਤੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਹੁੰਦਾ ਸੀ ਵੀ ਜਿਹੜੇ ਪੇਡ ਕੁਐਸਚਨ ਹੋਇਆ ਕਰਦੇ ਸੀ, ਇਹ ਪੇਡ ਹੈਂਚਮੈਨ ਕਿਉਂ ਹੈਗੇ ਆ, ਇਹ ਕਿਉਂ ਏਦਾਂ ਦੀਆਂ ਗੱਲਾਂ ਕਰਦਾ ਪਿਆ। ਸੋ ਇਹ ਜਦੋਂ ਤੁਸੀਂ, ਕਿਉਂਕਿ ਇਹਨਾਂ ਬੰਦਿਆਂ ਦਾ ਜਿਹੜਾ ਪਿਛੋਕੜ ਹੈ, ਇਹਨਾਂ ਬੰਦਿਆਂ ਦੇ ਜਿਹੜੇ ਕਿਰਦਾਰ ਹੈ, ਇਹਨਾਂ ਬੰਦਿਆਂ ਦੇ ਜਿਹੜੇ ਰਿਲੇਸ਼ਨਸ ਹੈ, ਇਹ ਇਹਨਾਂ ਦੇ ਇੰਨੇ ਜੀ ਠੀਕ ਹੈ ਰਮਨ ਜੀ, ਮੈਂ ਮਾਫੀ ਚਾਹੁੰਦਾ ਤੁਹਾਨੂੰ ਵਿਚਾਲੇ ਰੋਕ ਲਿਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਨੂੰ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਜ਼ਰੂਰ ਲੈਣਾ ਹੋਏਗਾ।